ਗੁੱਡ ਮਾਰਨਿੰਗ ਸਟੂਡੈਂਟਸ, ਵੈਲਕਮ ਟੂ ਪੰਜਾਬੀ ਕਲਾਸ ਆਫ 10th। ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਇਕਾਂਗੀ ਫੁੱਲਾਂ ਨੂੰ ਕਿਤਾਬਾਂ ਵਿੱਚ ਨਾ ਰੱਖੋ ਹੈ, ਜੋ ਕਿ ਇਕਾਂਗੀਕਾਰ ਪਾਲੀ ਭੁਪਿੰਦਰ ਸਿੰਘ ਜੀ ਦੇ ਕਲਮ ਦੀ ਬਿਹਤਰੀਨ ਰਚਨਾ ਹੈ ਤੇ ICSE ਬੋਰਡ ਦੁਆਰਾ ਨਿਰਧਾਰਤ ਪੁਸਤਕ ਮੰਚ ਮਹਿਕ ਦੇ ਸਫਾ ਨੰਬਰ 69 ਉੱਪਰ ਦਰਜ ਹੈ। ਸਟੂਡੈਂਟਸ, ਇਹ ਵੀਡੀਓ ਇਕਾਂਗੀ ਫੁੱਲਾਂ ਨੂੰ ਕਿਤਾਬਾਂ ਵਿੱਚ ਨਾ ਰੱਖੋ ਦੀ ਦੂਸਰੀ ਵੀਡੀਓ ਹੈ, ਜਿਸ ਵਿੱਚ ਅਸੀਂ ਇਕਾਂਗੀ ਫੁੱਲਾਂ ਨੂੰ ਕਿਤਾਬਾਂ ਵਿੱਚ ਨਾ ਰੱਖੋ ਦੇ ਸਫਾ ਨੰਬਰ 72 ਤੋਂ ਲੈ ਕੇ 75 ਤੱਕ ਔਖੇ ਸ਼ਬਦ ਡਿਸਕਸ ਕਰਾਂਗੇ ਤੇ ਇਹਨਾਂ ਸਫਿਆਂ ਨਾਲ ਸੰਬੰਧਿਤ ਪਾਠ ਸਮੱਗਰੀ ਤੇ ਵਿਸਥਾਰਪੂਰਵਕ ਚਰਚਾ ਕਰਾਂਗੇ। ਪਰ ਇਸ ਤੋਂ ਪਹਿਲਾਂ ਅਸੀਂ ਵੀਡੀਓ ਨੰਬਰ 1 ਵਿੱਚ ਕੀਤੇ ਕੰਮ ਨੂੰ ਦੁਹਰਾਵਾਂਗੇ। ਸਟੂਡੈਂਟਸ, ਅਸੀਂ ਵੀਡੀਓ ਨੰਬਰ 1 ਵਿੱਚ ਸਫਾ ਨੰਬਰ 69 ਤੋਂ ਲੈ ਕੇ 71 ਤੱਕ ਪੜ੍ਹਿਆ ਹੈ ਕਿ ਇਕਾਂਗੀ ਦੇ ਆਰੰਭ ਵਿੱਚ ਇਸ ਇਕਾਂਗੀ ਦੀ ਮੁੱਖ ਪਾਤਰ ਨਿੱਕੀ ਕਿਤਾਬਾਂ ਦੇ ਢੇਰ ਵਿੱਚ ਉਲਝੀ ਹੁੰਦੀ ਹੈ। ਉਹ ਇੱਕ ਕੰਮ ਮੁਕਾ ਕੇ ਥੋੜ੍ਹਾ ਸੁਸਤਾਉਣ ਲੱਗਦੀ ਹੈ, ਪਰ ਵਾਲ ਕਲਾਕ ਤੇ ਸਮਾਂ ਵੇਖ ਕੇ ਘਬਰਾ ਜਾਂਦੀ ਹੈ ਤੇ ਉਹ ਦੂਜੇ ਵਿਸ਼ੇ ਦਾ ਕੰਮ ਆਰੰਭ ਕਰ ਦਿੰਦੀ ਹੈ। ਫਿਰ ਉਸਦੇ ਮੰਮੀ ਪਾਪਾ ਉਸ ਨੂੰ ਮੈਥ ਟੈਸਟ ਦੀ ਤਿਆਰੀ ਕਰਨ ਲਈ ਤੇ ਇੰਗਲਿਸ਼ ਨੂੰ ਸੁਧਾਰਨ ਲਈ ਸਚਦੇਵਾ ਸਰ ਕੋਲ ਰੈਗੂਲਰ ਟਾਈਮ ਸੈੱਟ ਕਰਨ ਦੀ ਹਦਾਇਤ ਦਿੰਦੇ ਹਨ ਤੇ ਪੜ੍ਹਾਈ ਕਰਨ ਦੀ ਜ਼ਰੂਰਤ ਨੂੰ ਸਮਝਾਉਂਦਿਆਂ ਹੋਇਆਂ ਆਪ ਸ਼ਰਮਾ ਅੰਕਲ ਦੇ ਘਰ ਚਲੇ ਜਾਂਦੇ ਹਨ। ਇਸ ਤੋਂ ਬਾਅਦ ਨਿੱਕੀ ਪਰੇਸ਼ਾਨ ਹੋਈ ਮੰਮੀ ਪਾਪਾ ਦੇ ਲਹਿਜ਼ੇ ਤੇ ਗੱਲਾਂ ਦੀ ਨਕਲ ਉਤਾਰਦੀ ਹੈ। ਫਿਰ ਉਸ ਦਾ ਭਰਾ ਵਿੱਕੀ ਦਾ ਪ੍ਰਵੇਸ਼ ਹੁੰਦਾ ਹੈ, ਜੋ ਟਿਊਸ਼ਨ ਪੜ੍ਹ ਕੇ ਆਇਆ ਹੁੰਦਾ ਹੈ, ਪਰ ਉਸ ਦੀ ਹਾਲਤ ਵੇਖ ਕੇ ਇੰਜ ਲੱਗਦਾ ਹੈ ਜਿਵੇਂ ਉਹ ਪਾਣੀਪਤ ਦੀ ਲੜਾਈ ਲੜ ਕੇ ਆਇਆ ਹੋਵੇ। ਨਿੱਕੀ ਉਸ ਨੂੰ ਪਾਣੀ ਪਿਲਾਉਂਦੀ ਹੈ ਤੇ ਫਿਰ ਮੰਮੀ ਪਾਪਾ ਦੀਆਂ ਹਦਾਇਤਾਂ ਉਸ ਦੇ ਸਾਹਮਣੇ ਦੁਹਰਾਉਂਦੀ ਹੈ। ਫਿਰ ਦੋਵੇਂ ਭੈਣ ਭਰਾ ਮੰਮੀ ਪਾਪਾ ਦੇ ਡਰ ਕਾਰਨ ਪੜ੍ਹਨ ਲਈ ਬੈਠ ਜਾਂਦੇ ਹਨ ਤੇ ਇਸੇ ਸਮੇਂ ਇਕਾਂਗੀ ਦੇ ਇੱਕ ਅਗਲੇ ਪਾਤਰ ਜੇਡੀ ਦਾ ਪ੍ਰਵੇਸ਼ ਹੁੰਦਾ ਹੈ। ਸੋ ਡੀਅਰ ਸਟੂਡੈਂਟਸ, ਇਹ ਪਹਿਲੀ ਵੀਡੀਓ ਦਾ ਫੀਡਬੈਕ ਸੀ ਤੇ ਹੁਣ ਅਸੀਂ ਪੇਜ ਨੰਬਰ 72 ਤੋਂ ਲੈ ਕੇ 75 ਤੱਕ ਦੇ ਵਰਡ ਮੀਨਿੰਗ ਡਿਸਕਸ ਕਰਾਂਗੇ ਤੇ ਸੰਬੰਧਿਤ ਪਾਠ ਸਮੱਗਰੀ ਤੇ ਚਰਚਾ ਕਰਾਂਗੇ। ਹਾਂਜੀ, ਪੇਜ ਨੰਬਰ 72। ਫਸਟ ਵਰਡ ਹੈ ਸੁੱਖ ਦਾ ਸਾਹ ਲੈਂਦਾ। ਸੁੱਖ ਦਾ ਸਾਹ ਲੈਣਾ ਇੱਕ ਮੁਹਾਵਰਾ ਹੈ ਜਿਸ ਦਾ ਅਰਥ ਹੈ ਹੌਸਲਾ ਹੋਣਾ। ਅਗਲਾ ਸ਼ਬਦ ਹੈ ਰਿਸਪੌਂਸ, ਭਾਵ ਜਵਾਬ ਜਾਂ ਫਿਰ ਉੱਤਰ। ਮਨੋਰੰਜਨ, ਮਨ ਪਰਚਾਵਾ। ਪਾਗਲ, ਸ਼ਦਾਈ। ਥੱਪੜਾਂ ਤੋਂ ਭਾਵ ਹੈ ਚਪੇੜਾਂ। ਡਾਂਟ ਤੋਂ ਭਾਵ ਝਿੜਕਾਂ। ਅਗਲਾ ਸ਼ਬਦ ਹੈ ਰਾਮ ਸੱਤ ਹੋ ਜਾਣਾ, ਭਾਵ ਖਤਮ ਹੋ ਜਾਣਾ ਹੈ ਜਾਂ ਫਿਰ ਮਰ ਜਾਣਾ ਹੈ। ਨਾਓ ਪੇਜ ਨੰਬਰ 73। ਫਸਟ ਡਿਫਿਕਲਟ ਵਰਡ ਹੈ ਬੰਦਿਸ਼, ਭਾਵ ਰੋਕ ਜਾਂ ਫਿਰ ਪਾਬੰਦੀ। ਫਾਰਮੂਲਾ, ਸਿਧਾਂਤ। ਪੋਲੀਟਿਕਸ, ਰਾਜਨੀਤੀ। ਫਿੱਟ ਹੁੰਦੇ ਹੈ, ਠੀਕ ਹੁੰਦੇ ਹਨ, ਸਹੀ ਰਹਿੰਦੇ ਹਨ। ਅਕਲ ਆਉਂਦੀ ਹੈ, ਸਮਝ ਆਉਂਦੀ ਹੈ। ਭੱਜਾ ਨੱਠੀ, ਭਾਵ ਦੌੜ ਭੱਜ ਜਾਂ ਫਿਰ ਨੱਸ ਭੱਜ। ਫਿਜ਼ੂਲ, ਵਿਅਰਥ, ਬੇਕਾਰ। ਦ੍ਰਿਸ਼ ਤੋਂ ਭਾਵ ਹੈ ਨਜ਼ਾਰਾ। ਬੋਰਿੰਗ ਦਾ ਅਰਥ ਹੈ ਅਕਾ ਦੇਣ ਵਾਲਾ। ਆਈਡੀਆ, ਖਿਆਲ, ਵਿਚਾਰ ਜਾਂ ਫਿਰ ਢੰਗ। ਨਾਓ ਪੇਜ ਨੰਬਰ 74। ਇਸ ਪੇਜ 'ਤੇ ਪਹਿਲਾ ਔਖਾ ਸ਼ਬਦ ਹੈ ਸਮੱਸਿਆ, ਭਾਵ ਔਕੜ ਜਾਂ ਫਿਰ ਮੁਸ਼ਕਲ। ਨਤੀਜੇ, ਸਿੱਟੇ 'ਤੇ। ਪ੍ਰਾਂਤ, ਰਾਜ। ਇੰਪ੍ਰੈਸ਼ਨ ਦਾ ਅਰਥ ਹੈ ਪ੍ਰਭਾਵ। ਅਗਲਾ ਸ਼ਬਦ ਹੈ ਛੁਟਕਾਰਾ, ਜਿਸ ਦਾ ਅਰਥ ਹੈ ਮੁਕਤੀ। ਡਰਪੋਕ, ਭਾਵ ਕਿ ਕਾਇਰ। ਮਹਾਨ, ਵੱਡੇ। ਖਤਰਿਆਂ, ਔਕੜਾਂ। ਨਾਓ ਪੇਜ ਨੰਬਰ 75। ਇਸ 'ਤੇ ਔਖਾ ਸ਼ਬਦ ਹੈ ਸੁੱਖ ਦਾ ਸਾਹ ਲੈਣਗੇ,
ਭਾਵ ਸੁਖੀ ਹੋਣਗੇ। ਕੁਰਬਾਨੀ, ਬਲੀਦਾਨ। ਨੈਕਸਟ ਵਰਡ ਹੈ ਖਿਲਾਫ, ਭਾਵ ਵਿਰੁੱਧ, ਸੰਘਰਸ਼, ਅੰਦੋਲਨ। ਫੰਦੇ ਲਾ ਸੁੱਟੀਏ, ਫਾਹੇ ਲਾ ਦੇਈਏ। ਪ੍ਰਵੇਸ਼, ਦਾਖਲ। ਮੁਦਰਾ, ਸਥਿਤੀ ਜਾਂ ਫਿਰ ਅੰਦਾਜ਼। ਹਾਂਜੀ, ਹੁਣ ਅਸੀਂ ਪੇਜ ਨੰਬਰ 72 ਤੋਂ ਲੈ ਕੇ 75 ਤੱਕ ਦੀ ਪਾਠ ਸਮੱਗਰੀ ਦੀ ਵਿਸਥਾਰ ਸਹਿਤ ਰੀਡਿੰਗ ਕਰਾਂਗੇ। ਹਾਂਜੀ, ਪੇਜ ਨੰਬਰ 72। ਕੁੱਲ ਮਿਲਾ ਕੇ ਉਹ ਇਸ ਸਕ੍ਰਿਪਟ ਦਾ ਕਮੇਡੀਅਨ ਹੈ। ਹੈਰਾਨੀ ਨਾਲ ਉਹ ਦੋਹਾਂ ਦਾ ਤਮਾਸ਼ਾ ਵੇਖਦਾ ਹੈ। ਦੋਹੇ ਉਸ ਵੱਲ ਵੇਖਦੇ ਹਨ ਪਰ ਆਪਣੇ ਕੰਮ ਲੱਗੇ ਰਹਿੰਦੇ ਹਨ। ਹਾਂਜੀ, ਇਹਨਾਂ ਸਤਰਾਂ ਤੋਂ ਸਪਸ਼ਟ ਹੁੰਦਾ ਹੈ ਕਿ ਜੇਡੀ ਜਦੋਂ ਨਿੱਕੀ ਤੇ ਵਿੱਕੀ ਦੇ ਘਰ ਆਉਂਦਾ ਹੈ ਤਾਂ ਉਹ ਉਹਨਾਂ ਨੂੰ ਪੜ੍ਹਦਿਆਂ ਹੋਇਆਂ ਵੇਖਦਾ ਹੈ, ਪਰ ਨਿੱਕੀ ਤੇ ਵਿੱਕੀ ਆਪਣੇ ਧਿਆਨ ਲੱਗੇ ਰਹਿੰਦੇ ਹਨ। ਉਹ ਜੇਡੀ ਵੱਲ ਕੋਈ ਧਿਆਨ ਨਹੀਂ ਦਿੰਦੇ। ਹਾਂਜੀ, ਜੇਡੀ ਦਾ ਡਾਇਲੋਗ ਹੈ, ਹੈਲੋ ਅੱਛੇ ਬੱਚੋ, ਬਈ ਬੜੇ ਜ਼ੋਰ ਸ਼ੋਰ ਨਾਲ ਪੜ੍ਹਾਈ ਹੋ ਰਹੀ ਹੈ। ਦੋਹੇ ਆਪਣੇ ਕੰਮ ਲੱਗੇ ਰਹਿੰਦੇ ਹਨ। ਜੇਡੀ ਪਹਿਲਾਂ ਬੈੱਡਰੂਮ ਵਿੱਚ ਜਾਂਦਾ ਹੈ ਤੇ ਚੋਰੀ ਚੋਰੀ ਅੰਦਰ ਵੇਖਦਾ ਹੈ। ਅੰਦਰ ਕਿਸੇ ਨੂੰ ਨਾ ਵੇਖ ਕੇ ਸੁੱਖ ਦਾ ਸਾਹ ਲੈਂਦਾ ਹੈ। ਇਸੇ ਤਰ੍ਹਾਂ ਹੀ ਕਿਚਨ ਵਿੱਚ ਜਾਂਦਾ ਹੈ ਤੇ ਮੰਮੀ ਨੂੰ ਉੱਥੇ ਨਾ ਵੇਖ ਕੇ ਖੁਸ਼ ਹੁੰਦਾ ਹੈ। ਫਿਰ ਇਹਨਾਂ ਦੋਹਾਂ ਕੋਲ ਆ ਕੇ ਦੋਹਾਂ ਨੂੰ ਬੜੀ ਹੈਰਾਨੀ ਨਾਲ ਵੇਖਦਾ ਹੈ, ਪਰ ਦੋਹੇ ਆਪਣੇ ਆਪਣੇ ਕੰਮ ਲੱਗੇ ਰਹਿੰਦੇ ਹਨ। ਨੋ ਰਿਸਪੌਂਸ। ਦਰਸ਼ਕਾਂ ਨੂੰ ਇਹ ਤਾਂ ਐਂ ਲੱਗਦਾ ਜਿਵੇਂ ਚਾਬੀ ਭਰ ਕੇ ਛੱਡੇ ਹੋਣ। ਐਨੀ ਹਾਓ, ਅੱਛੇ ਬੱਚੇ ਪੜ੍ਹਦੇ ਹੀ ਚੰਗੇ ਲੱਗਦੇ ਐ। ਮੈਂ ਤਾਂ ਆਇਆ ਸੀ ਕਿ ਚੱਲ ਕੇ ਨਿੱਕੀ ਤੇ ਵਿੱਕੀ ਨਾਲ ਖੇਡਦੇ ਹਾਂ ਥੋੜ੍ਹੀ ਦੇਰ, ਪਰ ਲੱਗਦਾ ਖੇਡਣਾ ਖੂਡਣਾ, ਥੋੜ੍ਹਾ ਮਨੋਰੰਜਨ ਕਰਨਾ, ਇਹ ਮੇਰੇ ਵਰਗੇ ਮਾੜੀ ਕਿਸਮਤ ਵਾਲੇ ਲੋਕਾਂ ਦੀਆਂ ਗੱਲਾਂ। ਓਕੇ, ਸੀ ਯੂ। ਦਰਵਾਜ਼ੇ ਤੱਕ ਪਹੁੰਚਦਾ ਹੀ ਹੈ ਕਿ ਦੋਹੇ ਜੇਡੀ ਵੀਰੇ ਦੀ ਆਵਾਜ਼ ਮਾਰ ਕੇ ਉਸ ਨੂੰ ਫੜ ਲੈਂਦੇ ਹਨ। ਹਾਂਜੀ ਸਟੂਡੈਂਟਸ, ਹੁਣ ਇਹਨਾਂ ਸਤਰਾਂ ਨੂੰ ਪੜ੍ਹ ਕੇ ਇਹ ਜ਼ਾਹਿਰ ਹੁੰਦਾ ਹੈ ਕਿ ਜੇਡੀ ਨਿੱਕੀ ਤੇ ਵਿੱਕੀ ਨਾਲ ਖੇਡਣ ਦੇ ਇਰਾਦੇ ਨਾਲ ਆਇਆ ਹੁੰਦਾ ਹੈ, ਪਰ ਉਹ ਜਦੋਂ ਉਹਨਾਂ ਨੂੰ ਪੜ੍ਹਦਿਆਂ ਹੋਇਆਂ ਵੇਖਦਾ ਹੈ ਤੇ ਉਹਨਾਂ ਦੇ ਜ਼ਿਆਦਾ ਪੜ੍ਹਨ 'ਤੇ ਵਿਅੰਗ ਕੱਸਦਾ ਹੈ। ਘਰ ਵਿੱਚ ਉਹਨਾਂ ਦੇ ਮੰਮੀ ਪਾਪਾ ਨੂੰ ਨਾ ਵੇਖ ਕੇ ਖੁਸ਼ ਹੁੰਦਾ ਹੈ ਤੇ ਫਿਰ ਜਦੋਂ ਨਿੱਕੀ ਤੇ ਵਿੱਕੀ ਉਸ ਵੱਲ ਕੋਈ ਧਿਆਨ ਨਹੀਂ ਦਿੰਦੇ ਤਾਂ ਉਹ ਉਹਨਾਂ ਦਾ ਮਜ਼ਾਕ ਉਡਾਉਂਦਾ ਹੋਇਆ ਉਹਨਾਂ ਦੇ ਘਰੋਂ ਜਾਣ ਦੀ ਕੋਸ਼ਿਸ਼ ਕਰਦਾ ਹੈ। ਪਰ ਜਦੋਂ ਉਹ ਦਰਵਾਜ਼ੇ ਤੱਕ ਪਹੁੰਚਦਾ ਹੀ ਹੈ ਤਾਂ ਨਿੱਕੀ ਤੇ ਵਿੱਕੀ ਉਸ ਨੂੰ ਫੜ ਲੈਂਦੇ ਹਨ, ਭਾਵ ਉਸ ਨੂੰ ਰੋਕ ਲੈਂਦੇ ਹਨ। ਨਿੱਕੀ, ਜੇਡੀ ਵੀਰੇ ਥੋੜ੍ਹੀ ਦੇਰ ਬਹਿ ਜਾਣਾ ਸਾਡੇ ਕੋਲ। ਵਿੱਕੀ, ਥੋੜ੍ਹੀ ਦੇਰ ਸਾਡੇ ਨਾਲ ਖੇਡ ਲੈਣਾ। ਨਿੱਕੀ, ਸਾਨੂੰ ਤਾਂ ਲੱਗਦਾ ਅਸੀਂ ਪੜ੍ਹ ਪੜ੍ਹ ਕੇ ਪਾਗਲ ਹੋ ਜਾਵਾਂਗੇ। ਜੇਡੀ, ਓਹੋ, ਇੱਕ ਤਾਂ ਮੈਨੂੰ ਤੁਹਾਡੀ ਇਹ ਨਹੀਂ ਸਮਝ ਆਉਂਦੀ ਕਿ ਆਖਿਰ ਹੈ ਤੁਸੀਂ ਇਹਨਾਂ ਪੜ੍ਹਦੇ ਕਿਉਂ ਹੋ, ਨਾ ਟੌਪ ਕਰਨਾ। ਹੁਣ ਨਿੱਕੀ ਤੇ ਵਿੱਕੀ ਜੋ ਪਹਿਲਾਂ ਜੇਡੀ ਵੱਲ ਧਿਆਨ ਨਹੀਂ ਦਿੰਦੇ, ਉਸ ਨੂੰ ਜਾਂਦਿਆਂ ਹੋਇਆਂ ਵੇਖ ਕੇ ਪੜ੍ਹਨਾ ਬੰਦ ਕਰ ਦਿੰਦੇ ਹਨ ਤੇ ਉਹਨਾਂ ਦੇ ਕੋਲ ਥੋੜ੍ਹੀ ਦੇਰ ਰੁਕ ਕੇ ਖੇਡਣ ਲਈ ਤਰਲਾ ਕਰਦੇ ਹਨ ਤੇ ਇਹ ਸਪਸ਼ਟ ਕਰਦੇ ਹਨ ਕਿ ਜੇਕਰ ਉਹਨਾਂ ਨੂੰ ਥੋੜ੍ਹੀ ਦੇਰ ਹੋਰ ਪੜ੍ਹਨਾ ਪਿਆ ਤਾਂ ਉਹ ਤਾਂ ਸ਼ਦਾਈ ਹੀ ਹੋ ਜਾਣਗੇ। ਫਿਰ ਜੇਡੀ ਉਹਨਾਂ ਦੇ ਉੱਪਰ ਵਿਅੰਗ ਕੱਸਦਾ ਹੈ ਕਿ ਲੱਗਦਾ ਹੈ ਉਹਨਾਂ ਨੇ ਪੜ੍ਹ ਪੜ੍ਹ ਕੇ ਟੌਪ ਕਰਨਾ ਹੈ। ਨਿੱਕੀ, ਟੌਪ ਕਰਨ ਲਈ ਕੌਣ ਪੜ੍ਹਦਾ ਹੈ? ਮੰਮੀ ਦੇ ਥੱਪੜਾਂ ਤੇ ਪਾਪਾ ਦੀ ਡਾਂਟ ਤੋਂ ਬਚ ਜਾਈਏ, ਇੰਨਾ ਹੀ ਕਾਫੀ ਹੈ। ਜੇਡੀ, ਤੇ ਬਾਏ ਦਾ ਵੇ ਤੁਹਾਡੇ ਮੰਮੀ ਪਾਪਾ ਨੂੰ ਪ੍ਰੋਬਲਮ ਕੀ ਹੈ? ਉਹ ਤੁਹਾਨੂੰ ਇੰਨਾ ਜ਼ਿਆਦਾ ਪੜ੍ਹਨ ਲਈ ਮਜਬੂਰ ਕਿਉਂ ਕਰਦੇ ਨੇ? ਨਿੱਕੀ, ਕਹਿੰਦੇ ਨੇ ਮੈਂ ਡਾਕਟਰ ਬਣਨਾ ਹੈ ਤੇ ਵਿੱਕੀ ਨੇ ਇੰਜੀਨੀਅਰ। ਡਾਕਟਰ ਇੰਜੀਨੀਅਰ ਤਾਂ ਹੀ ਬਣਾਂਗੇ ਨਾ ਜੇ ਉਦੋਂ ਤੱਕ ਜਿਉਂਦੇ ਬਚਾਂਗੇ। ਜੇਡੀ ਵੀਰੇ, ਮੈਨੂੰ ਤਾਂ ਲੱਗਦਾ ਜੇ ਮੈਨੂੰ ਇਉਂ ਹੀ ਪੜ੍ਹਨਾ ਪੈਂਦਾ ਰਿਹਾ ਨਾ ਤਾਂ ਮੇਰਾ ਤਾਂ ਊਂ ਰਾਮ ਸੱਤ ਹੋ ਜਾਣਾ। ਪਰ ਮੰਮੀ ਪਾਪਾ, ਉਹ ਤਾਂ ਬਸ ਇੱਕ ਹੀ ਗੱਲ ਜਾਣਦੇ ਨੇ, ਪੜ੍ਹੋ ਪੜ੍ਹੋ ਪੜ੍ਹੋ। ਹੁਣ ਨਿੱਕੀ ਜੇਡੀ ਦੀ ਗੱਲ ਦਾ ਜਵਾਬ ਦਿੰਦੀ ਹੋਈ ਸਪਸ਼ਟ ਕਰਦੀ ਹੈ ਕਿ ਉਹ ਟੌਪ ਕਰਨ ਲਈ ਨਹੀਂ ਬਲਕਿ ਮੰਮੀ ਪਾਪਾ ਦੀ ਮਾਰ ਦੇ ਡਰ ਕਾਰਨ ਪੜ੍ਹਦੇ ਹਨ। ਤੇ ਜਦੋਂ ਜੇਡੀ ਉਹਨਾਂ ਦੇ ਮੰਮੀ ਪਾਪਾ ਦੀ ਸਮੱਸਿਆ ਬਾਰੇ ਪੁੱਛਦਾ ਹੈ ਤੇ ਉਹ ਜ਼ਾਹਰ ਕਰਦੇ ਹਨ ਕਿ ਮੰਮੀ ਪਾਪਾ ਦੀ ਇੱਛਾ ਹੈ ਕਿ ਉਹ ਡਾਕਟਰ ਤੇ ਇੰਜੀਨੀਅਰ ਬਣਨ, ਪਰ ਨਿੱਕੀ ਸਪਸ਼ਟ ਕਰਦੀ ਹੈ ਕਿ ਉਹਨਾਂ ਦੇ ਉੱਪਰ ਪੜ੍ਹਾਈ ਦਾ ਇੰਨਾ ਬੋਝ ਹੈ ਕਿ ਜੇਕਰ ਉਹ ਜਿਉਂਦੇ ਰਹਿਣਗੇ
ਤਾਂ ਹੀ ਉਹ ਮੰਮੀ ਪਾਪਾ ਦੀ ਇਸ ਇੱਛਾ ਦੀ ਪੂਰਤੀ ਕਰ ਸਕਣਗੇ। ਹਾਂਜੀ, ਨਾਓ ਪੇਜ ਨੰਬਰ 73। ਵਿੱਕੀ, ਵੱਡੇ ਹੈ ਨਾ, ਕੌਣ ਸਮਝਾਵੇ ਇਹਨਾਂ ਨੂੰ। ਜੇਡੀ, ਬਈ ਆਪਾਂ ਨੂੰ ਤਾਂ ਕੋਈ ਬਹੁਤੀ ਬੰਦਸ਼ ਹੈ ਨਹੀਂ, ਪੜ੍ਹੋ ਪੜ੍ਹੋ, ਨਾ ਪੜ੍ਹੋ ਨਾ ਪੜ੍ਹੋ, ਆਪਣਾ ਤਾਂ ਇੱਕ ਹੀ ਫਾਰਮੂਲਾ ਹੈ ਜ਼ਿੰਦਗੀ ਦਾ, ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਇੱਕ ਦਿਨ ਉਹ ਆਪਣੇ ਮੈਥ ਵਾਲੇ ਖੰਨਾ ਸਰ ਆਪਣੇ ਪਿਤਾ ਸ਼੍ਰੀ ਨੂੰ ਮਿਲ ਗਏ ਕਿਤੇ ਬਾਜ਼ਾਰ ਵਿੱਚ। ਕਹਿੰਦੇ, ਤੁਹਾਡਾ ਬੇਟਾ ਪੜ੍ਹਦਾ ਨਹੀਂ। ਡੈਡੀ ਕਹਿੰਦੇ, ਬਈ ਸਰ ਜੀ, ਪੜ੍ਹਿਆ ਤਾਂ ਉਹਦਾ ਪਿਓ ਨਹੀਂ, ਉਹ ਕਿੱਥੋਂ ਪੜ੍ਹੂਗਾ। ਆਪ ਹੀ ਉੱਚਾ ਹਾਸਾ ਹੱਸਦਾ ਹੈ। ਖੰਨਾ ਸਰ ਕਹਿੰਦੇ, ਬਈ ਜੇ ਤੁਹਾਡਾ ਮੁੰਡਾ ਪੜ੍ਹਿਆ ਨਾ ਤਾਂ ਕਰੂਗਾ ਕੀ। ਡੈਡੀ ਕਹਿੰਦੇ, ਆਪਾਂ ਉਸ ਨੂੰ ਪੋਲੀਟਿਕਸ ਵਿੱਚ ਪਾ ਦਾਂਗੇ। ਲੀਡਰ ਬਣਨ ਵਾਸਤੇ ਤਾਂ ਅਨਪੜ੍ਹ ਬੰਦੇ ਬਾਹਲੇ ਹੀ ਫਿੱਟ ਹੁੰਦੇ ਹੈ। ਹਾ ਹਾ ਹਾ। ਹਾਂਜੀ, ਇਸ ਤਰ੍ਹਾਂ ਹੁਣ ਵਿੱਕੀ ਆਪਣੀ ਬੇਵੱਸੀ ਜ਼ਾਹਿਰ ਕਰਦਾ ਹੈ ਕਿ ਮੰਮੀ ਪਾਪਾ ਵੱਡੇ ਹਨ, ਉਹ ਉਹਨਾਂ ਨੂੰ ਸਮਝਾ ਨਹੀਂ ਸਕਦੇ। ਫਿਰ ਜੇਡੀ ਆਪਣੀ ਜ਼ਿੰਦਗੀ ਦਾ ਹਾਲ ਬਿਆਨ ਕਰਦਾ ਹੈ ਕਿ ਉਹਦੇ ਪਿਤਾ ਜਾਂ ਉਹਦੇ ਮਾਂ-ਬਾਪ ਉਸ ਦੇ ਉੱਪਰ ਪੜ੍ਹਾਈ ਦੀ ਕੋਈ ਬਹੁਤੀ ਬੰਦਿਸ਼ ਨਹੀਂ ਲਾਉਂਦੇ ਹਨ, ਕਿਉਂਕਿ ਉਸ ਦੇ ਪਿਓ ਦਾ ਇਹ ਖਿਆਲ ਹੈ ਕਿ ਜੇਕਰ ਉਹ ਪੜ੍ਹ ਲਿਖ ਗਿਆ ਤਾਂ ਵੀ ਠੀਕ ਹੈ, ਨਹੀਂ ਤਾਂ ਪੜ੍ਹਾਈ ਨਾਲੋਂ ਸਿਹਤ ਜ਼ਰੂਰੀ ਹੈ। ਅਤੇ ਦੂਸਰਾ, ਜੇ ਉਹ ਪੜ੍ਹ ਲਿਖ ਨਾ ਸਕਿਆ ਤਾਂ ਉਹ ਉਸ ਨੂੰ ਆਪਣੇ ਵਾਂਗ ਪੋਲੀਟਿਕਸ ਵਿੱਚ ਪਾ ਕੇ ਲੀਡਰ ਬਣਾ ਦੇਣਗੇ। ਸੋ ਇਸ ਤਰ੍ਹਾਂ ਇਹਨਾਂ ਸਤਰਾਂ ਰਾਹੀਂ ਜੇਡੀ ਅਜੋਕੀ ਪੋਲੀਟਿਕਸ ਦੇ ਉੱਪਰ ਵਿਅੰਗ ਕੱਸਦਾ ਹੈ। ਨਿੱਕੀ, ਪਰ ਠੀਕ ਤਾਂ ਇਹ ਵੀ ਨਹੀਂ, ਪੜ੍ਹਨਾ ਤਾਂ ਚਾਹੀਦਾ ਹੀ ਹੈ ਨਾ, ਪੜ੍ਹ ਲਿਖ ਕੇ ਤਾਂ ਬੰਦੇ ਨੂੰ ਅਕਲ ਆਉਂਦੀ ਹੈ। ਹੁਣ ਨਿੱਕੀ ਜੇਡੀ ਦੀ ਗੱਲ ਨੂੰ ਟੋਕਦੀ ਹੈ ਕਿ ਪੜ੍ਹਾਈ ਤੋਂ ਬਿਨਾਂ ਇਨਸਾਨ ਨੂੰ ਸਮਝ ਨਹੀਂ ਆਉਂਦੀ। ਜੇਡੀ, ਤੇ ਅੱਖਾਂ ਤੇ ਐਨਕਾਂ ਵੀ ਲੱਗ ਜਾਂਦੀਆਂ। ਹਾ ਹਾ ਹਾ। ਵਿੱਕੀ, ਤੂੰ ਫੇਰ ਮੇਰੀਆਂ ਐਨਕਾਂ ਤੇ ਕਮੈਂਟ ਕੀਤਾ। ਠਹਿਰ ਜਾ। ਉਸ ਦੇ ਪਿੱਛੇ ਦੌੜਦਾ ਹੈ। ਭੱਜਾ ਨੱਠੀ ਤੋਂ ਬਾਅਦ ਦੋਹੇ ਹੱਸਦੇ ਹੋਏ ਨਿੱਕੀ ਕੋਲ ਆ ਬਹਿੰਦੇ ਹਨ। ਹੁਣ ਜੇਡੀ ਨਿੱਕੀ ਦੀ ਗੱਲ ਦਾ ਜਵਾਬ ਉਹਨਾਂ ਦੀਆਂ ਐਨਕਾਂ ਦੇ ਉੱਪਰ ਵਿਅੰਗ ਕੱਸ ਕੇ ਦਿੰਦਾ ਹੈ, ਜਿਸ 'ਤੇ ਵਿੱਕੀ ਉਸ ਨੂੰ ਮਾਰਨ ਲਈ ਉਸ ਦੇ ਪਿੱਛੇ ਦੌੜਦਾ ਹੈ। ਅਤੇ ਇਸ ਤਰ੍ਹਾਂ ਥੋੜ੍ਹੀ ਦੇਰ ਦੌੜਨ ਭੱਜਣ ਤੋਂ ਬਾਅਦ ਜੇਡੀ ਅਤੇ ਵਿੱਕੀ ਨਿੱਕੀ ਦੇ ਕੋਲ ਆ ਕੇ ਬੈਠ ਜਾਂਦੇ ਹਨ। ਨਿੱਕੀ, ਤੇਰੇ ਨਾਲ ਤਾਂ ਗੱਲ ਕਰਨਾ ਹੀ ਫਿਜ਼ੂਲ ਹੈ, ਤੈਨੂੰ ਆਉਂਦੀਆਂ ਗੱਲਾਂ। ਤੇਰੇ ਮੰਮੀ ਪਾਪਾ ਜੋ ਕੁਝ ਨਹੀਂ ਕਹਿੰਦੇ ਨਾ, ਪਰ ਸਾਡਾ ਹਾਲ ਦੇਖ, ਸਵੇਰ ਤੋਂ ਸ਼ਾਮ ਤੱਕ ਪੜ੍ਹਨਾ ਪੈਂਦਾ ਹੈ, ਸਿਰ ਦੁਖਣ ਲੱਗ ਪੈਂਦਾ ਹੈ। ਸੋ ਇਹਨਾਂ ਸਤਰਾਂ ਵਿੱਚ ਨਿੱਕੀ ਆਪਣੀ ਜ਼ਿੰਦਗੀ ਨੂੰ ਜੇਡੀ ਦੇ ਜ਼ਿੰਦਗੀ ਦੇ ਨਾਲ ਜੋ ਹੈ ਤੁਲਨਾ ਕਰਦੀ ਹੈ, ਅਤੇ ਉਹ ਇਹ ਮਹਿਸੂਸ ਕਰਦੀ ਹੈ ਕਿ ਉਹਦੇ ਉੱਪਰ ਪੜ੍ਹਾਈ ਦਾ ਬੋਝ ਨਹੀਂ ਹੈ, ਕਿਉਂਕਿ ਉਸਦੇ ਮਾਪੇ ਉਸ ਨੂੰ ਕੁਝ ਨਹੀਂ ਕਹਿੰਦੇ, ਜਦਕਿ ਉਹਨਾਂ ਦਾ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੜ੍ਹ ਕੇ ਸਿਰ ਦੁਖਣ ਲੱਗ ਪੈਂਦਾ ਹੈ, ਭਾਵ ਉਹਨਾਂ ਦੀ ਸਰੀਰਕ ਹਾਲਤ ਬੜੀ ਮਾੜੀ ਹੋ ਜਾਂਦੀ ਹੈ। ਜੇਡੀ, ਉਹ ਵੀ ਡਾਕਟਰ ਬਣਨ ਲਈ ਮਿਹਨਤ ਤਾਂ ਕਰਨੀ ਹੀ ਪੈਂਦੀ ਹੈ। ਨਿੱਕੀ, ਕੌਣ ਬਣਨਾ ਚਾਹੁੰਦਾ ਹੈ ਡਾਕਟਰ। ਉਦਾਸ ਹੋ ਕੇ ਬਾਰੀ ਕੋਲ ਆਉਂਦੀ ਹੈ। ਮੈਂ ਨਹੀਂ ਬਣਨਾ ਚਾਹੁੰਦੀ ਡਾਕਟਰ। ਬਾਰੀ ਖੋਲ੍ਹਦੀ ਹੈ। ਬਾਹਰ ਛੋਟੇ ਜਿਹੇ ਘਰੇਲੂ ਬਗੀਚੇ ਦਾ ਸੁੰਦਰ ਦ੍ਰਿਸ਼ ਹੈ। ਹਾਂਜੀ, ਇਸ ਤਰ੍ਹਾਂ ਹੁਣ ਕੀ ਹੁੰਦਾ ਹੈ ਕਿ ਜਿਹੜੀ ਉਹਦੀ ਗੱਲ ਦੇ ਨਾਲ ਸਹਿਮਤ ਨਹੀਂ ਹੁੰਦਾ ਅਤੇ ਉਸਨੂੰ ਇਹ ਸਮਝਾਉਂਦਾ ਹੈ ਕਿ ਜੇਕਰ ਉਹਨਾਂ ਨੇ ਡਾਕਟਰ ਬਣਨਾ ਹੈ ਤਾਂ ਮਿਹਨਤ ਤਾਂ ਕਰਨੀ ਹੀ ਪਵੇਗੀ। ਪਰ ਨਿੱਕੀ ਫਿਰ ਉਸ ਦੀ ਗੱਲ 'ਤੇ ਲਕੀਰ ਫੇਰਦੀ ਹੈ ਕਿ ਡਾਕਟਰ ਬਣਨਾ ਉਸ ਦੀ ਇੱਛਾ ਨਹੀਂ ਹੈ, ਅਤੇ ਫਿਰ ਉਹ ਬਾਹਰ ਦਾ ਨਜ਼ਾਰਾ ਤੱਕਣਾ ਸ਼ੁਰੂ ਕਰ ਦਿੰਦੀ ਹੈ। ਇੱਕ ਉੱਡਦੀ ਤਿਤਲੀ ਨੂੰ ਹਸਰਤ ਨਾਲ ਵੇਖਦੇ ਹੋਏ, ਮੈਂ ਤਾਂ ਬਣਨਾ ਚਾਹੁੰਦੀ ਹਾਂ ਤਿਤਲੀ, ਸੁੰਦਰ ਬਾਗਾਂ ਵਿੱਚ ਉੱਡਣਾ ਚਾਹੁੰਦੀ ਹਾਂ, ਖੇਡਣਾ ਚਾਹੁੰਦੀ ਹਾਂ ਸੋਹਣੇ ਸੋਹਣੇ ਫੁੱਲਾਂ ਨਾਲ, ਰੰਗ ਹੋਣ ਚਾਰੇ ਪਾਸੇ ਸੋਹਣੇ ਸੋਹਣੇ। ਪਰ ਇੱਥੇ ਤਾਂ ਹੈ ਚਾਰੇ ਪਾਸੇ ਭੈੜੀਆਂ ਭੈੜੀਆਂ ਕਿਤਾਬਾਂ ਦੀ ਭੀੜ, ਬੋਰਿੰਗ, ਇੱਕ ਤੋਂ ਵੱਧ ਕੇ ਇੱਕ ਬੋਰਿੰਗ। ਸੱਚੀ ਜੇਡੀ ਵੀਰੇ, ਮੇਰਾ ਤਾਂ ਰੋਣ ਨੂੰ ਜੀ ਕਰਦਾ ਹੈ ਕਦੇ ਕਦੇ। ਹੁਣ ਤੂੰ ਹੀ ਕੁਝ ਕਰਨਾ, ਦੱਸ ਕੋਈ ਅਜਿਹਾ ਆਈਡੀਆ ਕਿ ਸਾਨੂੰ ਇੰਨਾ ਪੜ੍ਹਨਾ ਨਾ ਪਵੇ। ਸੋ ਸਟੂਡੈਂਟਸ, ਇਹਨਾਂ ਸਤਰਾਂ ਵਿੱਚ ਨਿੱਕੀ ਆਪਣੀ ਮਾਨਸਿਕ ਸਰੀਰਕ ਦੋਨਾਂ ਜੋ ਹਾਲਾਤ ਹਨ ਉਹਨਾਂ ਨੂੰ ਬਿਆਨ ਕਰਦੀ ਹੈ ਕਿ ਉਹ ਪੜ੍ਹ ਕੇ ਅੱਕ ਚੁੱਕੀ ਹੈ। ਉਸ ਦੀ ਇੱਛਾ ਡਾਕਟਰ ਬਣਨ ਦੀ ਨਹੀਂ, ਬਲਕਿ ਉਸ ਦੀ ਇੱਛਾ ਤਾਂ ਆਜ਼ਾਦੀ ਮਾਣਨ ਦੀ ਹੈ, ਇੱਕ ਤਿਤਲੀ ਦੀ ਤਰ੍ਹਾਂ। ਉਹ ਤਿਤਲੀ ਨੂੰ ਬੜੀ ਹਸਰਤ ਨਾਲ ਵੇਖਦੀ ਹੈ, ਜਦਕਿ ਫਿਰ ਉਹ ਇਸ ਤਰਾਸਦੀ ਨੂੰ ਬਿਆਨ ਕਰਦੀ ਹੈ ਕਿ ਉਸ ਦੀ ਜ਼ਿੰਦਗੀ ਤਾਂ ਭੈੜੀਆਂ ਭੈੜੀਆਂ ਅਤੇ ਬੋਰਿੰਗ ਕਿਤਾਬਾਂ ਵਿੱਚ ਘਿਰੀ ਹੋਈ ਹੈ, ਅਤੇ ਕਦੀ ਕਦੀ ਤਾਂ ਅੱਕ ਕੇ ਉਸ ਦਾ ਮਨ ਰੋਣ ਨੂੰ ਵੀ ਕਰਦਾ ਹੈ।
ਤੇ ਫਿਰ ਉਹ ਜੇਡੀ ਕੋਲੋਂ ਇਸ ਸਮੱਸਿਆ ਦਾ ਹੱਲ ਸੁਝਾਉਣ ਦੀ ਮੰਗ ਕਰਦੀ ਹੈ। ਨਾਓ ਪੇਜ ਨੰਬਰ 74। ਜੇਡੀ ਦਾ ਡਾਇਲੋਗ ਹੈ, ਆਈਡੀਆ ਤਾਂ ਮਿਲ ਜੂਗਾ, ਪਰ ਉਸ ਦੇ ਲਈ ਮੈਨੂੰ ਸੋਚਣਾ ਪਊਗਾ, ਤੇ ਜੇ ਮੈਨੂੰ ਸੋਚਣਾ ਪਊਗਾ ਤਾਂ ਮੈਨੂੰ ਲੱਗੂਗੀ ਭੁੱਖ, ਤੇ ਜੇ ਮੈਨੂੰ ਲੱਗੂਗੀ ਭੁੱਖ ਤਾਂ ਮੈਨੂੰ ਕੁਝ ਖਾਣਾ ਪਊਗਾ। ਸੋ ਪਹਿਲੇ ਹਮ ਕੁਛ ਖਾਏਂਗੇ। ਜੇਬ ਵਿੱਚੋਂ ਚਾਕਲੇਟ ਕੱਢ ਕੇ ਖਾਂਦਾ ਹੈ। ਦੋਹੇ ਉਸ ਵੱਲ ਵੇਖਦੇ ਰਹਿੰਦੇ ਹਨ, ਪਰ ਉਹ ਪੁੱਛਣ ਦੀ ਫਾਰਮੈਲਿਟੀ ਵੀ ਨਹੀਂ ਕਰਦਾ। ਹਾਂਜੀ ਬੱਚੇ, ਇਹਨਾਂ ਸਤਰਾਂ ਵਿੱਚ ਇਹ ਸਪਸ਼ਟ ਹੁੰਦਾ ਹੈ ਕਿ ਜੇਡੀ ਜੋ ਇਸ ਇਕਾਂਗੀ ਵਿੱਚ ਇੱਕ ਹਾਸ ਰਸ ਕਲਾਕਾਰ ਹੈ, ਇੱਕ ਕਮੇਡੀਅਨ ਹੈ। ਸੋ ਉਹਦੇ ਇਹਨਾਂ ਸਤਰਾਂ ਤੋਂ ਉਸ ਦਾ ਹਾਸ ਰਸ ਸਪਸ਼ਟ ਹੁੰਦਾ ਹੈ, ਕਿਉਂਕਿ ਜਦੋਂ ਨਿੱਕੀ ਉਸ ਕੋਲੋਂ ਪੜ੍ਹਾਈ ਦੇ ਬੋਝ ਤੋਂ ਬਚਣ ਦਾ ਆਈਡੀਆ ਮੰਗਦੀ ਹੈ ਤਾਂ ਉਹ ਉਸ ਨੂੰ ਇਹ ਸਪਸ਼ਟ ਕਰਦਾ ਹੈ ਕਿ ਉਹ ਆਈਡੀਆ ਤਾਂ ਦੇ ਦੇਵੇਗਾ, ਪਰ ਆਈਡੀਆ ਦੇਣ ਲਈ ਉਹਨੂੰ ਸੋਚਣਾ ਪਏਗਾ। ਤੇ ਜਦੋਂ ਉਹ ਸੋਚਦਾ ਹੈ ਉਦੋਂ ਉਸ ਨੂੰ ਭੁੱਖ ਲੱਗਦੀ ਹੈ, ਤੇ ਭੁੱਖ ਨੂੰ ਮਿਟਾਉਣ ਲਈ ਫਿਰ ਉਹ ਚਾਕਲੇਟ ਖਾਣੀ ਸ਼ੁਰੂ ਕਰ ਦਿੰਦਾ ਹੈ, ਤੇ ਨਿੱਕੀ ਤੇ ਵਿੱਕੀ ਨੂੰ ਪੁੱਛਣ ਦੀ ਜਾਂ ਸੁਲਾ ਮਾਰਨ ਦੀ ਵੀ ਜ਼ਰੂਰਤ ਨਹੀਂ ਸਮਝਦਾ। ਖਾ ਕੇ ਤਾਂ ਸਮੱਸਿਆ ਚਾਕਲੇਟ ਦੀ ਹੈ। ਦੋਹੇ ਇਕੱਠੇ, ਚਾਕਲੇਟ ਦੀ ਨਹੀਂ ਬਸਤੇ ਦੀ ਹੈ। ਜੇਡੀ ਦੇਖੋ ਬੱਚਿਓ, ਮੈਂ ਤੁਹਾਡੇ ਕੇਸ ਬਾਰੇ ਸੋਚਿਆ ਹੈ, ਬੜਾ ਜ਼ੋਰ ਲਾ ਕੇ ਸੋਚਿਆ ਹੈ, ਤੇ ਸੋਚ ਕੇ ਮੈਂ ਇਸ ਨਤੀਜੇ ਤੇ ਪਹੁੰਚਿਆ ਹਾਂ ਕਿ ਇਸ ਲਈ ਹਾਲੇ ਹੋਰ ਸੋਚਣਾ ਪਏਗਾ, ਰਲ ਕੇ ਸੋਚਣਾ ਪਏਗਾ। ਤੇ ਕਿਉਂਕਿ ਇਹ ਸਮੱਸਿਆ ਇੱਕ ਵਿੱਕੀ ਜਾਂ ਨਿੱਕੀ ਦੀ ਨਹੀਂ ਹੈ, ਬਲਕਿ ਸਾਰੇ ਸ਼ਹਿਰ ਦੇ ਬੱਚਿਆਂ ਦੀ ਹੈ, ਸਾਰੇ ਪ੍ਰਾਂਤ ਦੇ ਬੱਚਿਆਂ ਦੀ ਹੈ, ਤੇ ਸਾਰੇ ਦੇਸ਼ ਦੇ ਬੱਚਿਆਂ ਦੀ ਹੈ। ਇਸ ਲਈ ਸਾਨੂੰ ਸਾਰੇ ਦੇਸ਼ ਦੇ ਬੱਚਿਆਂ ਨੂੰ ਇਕੱਠੇ ਹੋ ਕੇ ਇਸ ਸਮੱਸਿਆ ਬਾਰੇ ਸੋਚਣਾ ਪਵੇਗਾ। ਹਾਂਜੀ ਬੱਚੇ, ਜੇਡੀ ਚਾਕਲੇਟ ਖਾਣ ਤੋਂ ਬਾਅਦ ਫਿਰ ਹਾਸੇ ਭਰੇ ਲਹਿਜੇ ਵਿੱਚ ਹੀ ਗੱਲ ਕਰਦਾ ਹੈ, ਤੇ ਜਦੋਂ ਦੋਹੇ ਉਸ ਨੂੰ ਸਮੱਸਿਆ ਦੇ ਹੱਲ ਬਾਰੇ ਪੁੱਛਦੇ ਹਨ ਤਾਂ ਉਹ ਆਪਣੇ ਆਪ ਨੂੰ ਬੜਾ ਗੰਭੀਰ ਜ਼ਾਹਿਰ ਕਰਦਾ ਹੋਇਆ ਕਹਿੰਦਾ ਹੈ ਕਿ ਉਸਨੇ ਬੜੀ ਗੰਭੀਰਤਾ ਨਾਲ ਸੋਚਿਆ ਹੈ, ਤੇ ਸੋਚਣ ਤੋਂ ਬਾਅਦ ਉਸਨੇ ਇਹ ਨਿਚੋੜ ਕੱਢਿਆ ਹੈ ਕਿ ਇਹ ਬਸਤੇ ਦੇ ਬੋਝ ਦੀ ਸਮੱਸਿਆ ਕੇਵਲ ਨਿੱਕੀ ਵਿੱਕੀ ਦੀ ਨਹੀਂ, ਬਲਕਿ ਪੂਰੇ ਦੇਸ਼ ਦੇ ਬੱਚਿਆਂ ਦੀ ਹੈ, ਤੇ ਇਸ ਲਈ ਇਸ ਸਮੱਸਿਆ ਦਾ ਹੱਲ ਇਕੱਲਾ ਜੇਡੀ ਨਹੀਂ ਕੱਢ ਸਕਦਾ, ਬਲਕਿ ਪੂਰੇ ਦੇਸ਼ ਦੇ ਬੱਚਿਆਂ ਨੂੰ ਇਕਮੁੱਠ ਹੋਣਾ ਪਵੇਗਾ। ਨਿੱਕੀ ਮੱਥੇ ਤੇ ਹੱਥ ਮਾਰਦੀ, ਯਾਨੀ ਕਿ ਹੁਣ ਸਾਨੂੰ ਸਾਰੇ ਦੇਸ਼ ਦੇ ਬੱਚੇ ਇਕੱਠੇ ਕਰਨੇ ਪੈਣਗੇ। ਜੇਡੀ ਓਹੋ ਬਈ, ਉਹ ਗੱਲ ਤਾਂ ਮੈਂ ਇੰਪ੍ਰੈਸ਼ਨ ਪਾਉਣ ਲਈ ਕਹੀ ਸੀ। ਫਿਲਹਾਲ ਅਸੀਂ ਆਪਣੇ ਮੁਹੱਲੇ ਦੇ ਬੱਚੇ ਇਕੱਠੇ ਕਰਕੇ ਆਪਣੀ ਇਸ ਸਮੱਸਿਆ ਦਾ ਹੱਲ ਸੋਚ ਸਕਦੇ ਹਾਂ। ਬਾਈ ਦਾ ਵੇ, ਮੰਮੀ ਪਾਪਾ ਕਿਤੇ ਗਏ ਹੋਏ ਨੇ? ਨਿੱਕੀ ਹਾਂ, ਉਹ ਸ਼ਰਮਾ ਅੰਕਲ ਦੇ ਘਰ ਗਏ ਹੋਏ ਨੇ, 2 ਘੰਟਿਆਂ ਨੂੰ ਮੁੜਨਗੇ। ਜੇਡੀ ਫੇਰ ਤਾਂ ਬਣ ਗਈ ਗੱਲ, ਆਪਾਂ ਹੁਣੇ ਸਾਰੇ ਮੁਹੱਲੇ ਦੇ ਬੱਚੇ ਇੱਥੇ ਇਕੱਠੇ ਕਰਾਂਗੇ ਤੇ ਮੀਟਿੰਗ ਕਰਾਂਗੇ ਕਿ ਕਿਵੇਂ ਪੜ੍ਹਾਈ ਦੇ ਬੋਝ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਹੁਣ ਇਹਨਾਂ ਸਤਰਾਂ ਤੋਂ ਸਪਸ਼ਟ ਹੁੰਦਾ ਹੈ ਕਿ ਨਿੱਕੀ ਜੇਡੀ ਦੀ ਸਾਰੇ ਦੇਸ਼ ਦੇ ਬੱਚਿਆਂ ਦੀ ਸਮੱਸਿਆ ਵਾਲੀ ਗੱਲ ਨੂੰ ਸੁਣ ਕੇ ਪਰੇਸ਼ਾਨ ਹੋ ਜਾਂਦੀ ਹੈ, ਪਰ ਜੇਡੀ ਉਸਨੂੰ ਇਹ ਸਪਸ਼ਟ ਕਰਦਾ ਹੈ ਕਿ ਇਹ ਗੱਲ ਤਾਂ ਉਸਨੇ ਸਿਰਫ ਆਪਣੀ ਸੋਚ ਦਾ ਪ੍ਰਭਾਵ ਪਾਉਣ ਲਈ ਹੀ ਕਹੀ ਹੈ, ਜਦ ਕਿ ਉਹਨਾਂ ਨੂੰ ਲੋੜ ਤਾਂ ਕੇਵਲ ਆਪਣੇ ਮੁਹੱਲੇ ਦੇ ਬੱਚੇ ਹੀ ਇਕੱਠੇ ਕਰਨ ਦੀ ਹੈ। ਤੇ ਜਦੋਂ ਉਸਨੂੰ ਨਿੱਕੀ ਦੇ ਮੂੰਹ ਇਹ ਪਤਾ ਲੱਗਦਾ ਹੈ ਕਿ ਉਸਦੇ ਮੰਮੀ ਪਾਪਾ ਘਰ ਨਹੀਂ ਹਨ, ਤਾਂ ਫਿਰ ਉਹ ਖੁਸ਼ ਹੋ ਜਾਂਦਾ ਹੈ ਕਿ ਹੁਣ ਤਾਂ ਘਰ ਵਿੱਚ ਮੰਮੀ ਪਾਪਾ ਨਾ ਹੋਣ ਕਰਕੇ ਉਹ ਸਾਰੇ ਮੁਹੱਲੇ ਦੇ ਬੱਚਿਆਂ ਨੂੰ ਇਕੱਠੇ ਕਰਕੇ ਪੜ੍ਹਾਈ ਦੇ ਬੋਝ ਤੋਂ ਛੁਟਕਾਰਾ ਪਾਉਣ ਲਈ ਮੀਟਿੰਗ ਕਰ ਸਕਦੇ ਹਨ। ਵਿੱਕੀ ਪਰ ਜੇ ਮੰਮੀ ਡੈਡੀ ਨੂੰ ਪਤਾ ਲੱਗ ਗਿਆ ਤਾਂ ਫੇਰ? ਜੇਡੀ ਓਹੋ, ਇੱਕ ਤਾਂ ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਪੜ੍ਹ ਲਿਖ ਕੇ ਬੰਦਾ ਇਹਨਾਂ ਡਰਪੋਕ ਕਿਉਂ ਹੋ ਜਾਂਦਾ ਹੈ। ਉਹ ਕਾਕਾ ਜੀ, ਮਹਾਨ ਕੰਮ ਕਰਨ ਲਈ ਖਤਰਿਆਂ ਨਾਲ ਤਾਂ ਖੇਡਣਾ ਹੀ ਪੈਂਦਾ ਹੈ। ਨਿੱਕੀ ਪਰ ਮੇਰਾ ਹੋਮਵਰਕ? ਜੇਡੀ ਬਸ ਆਹੀ ਸ਼ਿਕਾਇਤ ਹੈ ਮੈਨੂੰ ਇਸ ਦੇਸ਼ ਦੀਆਂ ਜਨਾਨੀਆਂ ਤੋਂ, ਹਮੇਸ਼ਾ ਆਪਣਾ ਹੀ ਸੋਚਦੀਆਂ ਨੇ। ਉਹ ਗੁੱਡੀ, ਜ਼ਰਾ ਸਿਆਣੇ ਹੋ ਕੇ ਸੋਚੋ। ਹੁਣ ਇਹਨਾਂ ਸਤਰਾਂ ਵਿੱਚ ਜਦੋਂ ਜੇਡੀ ਨਿੱਕੀ ਤੇ ਵਿੱਕੀ ਨੂੰ ਮੁਹੱਲੇ ਦੇ ਬੱਚਿਆਂ ਨਾਲ ਮਿਲ ਕੇ ਮੀਟਿੰਗ ਕਰਨ ਲਈ ਕਹਿੰਦਾ ਹੈ ਤਾਂ ਵਿੱਕੀ ਮੰਮੀ ਪਾਪਾ ਦੇ ਪ੍ਰਤੀ ਡਰ ਜ਼ਾਹਿਰ ਕਰਦਾ ਹੈ। ਨਿੱਕੀ ਆਪਣੇ ਹੋਮਵਰਕ ਦੀ ਚਿੰਤਾ ਜ਼ਾਹਿਰ ਕਰਦੀ ਹੈ, ਜਿਸ ਤੇ ਜੇਡੀ ਦੋਹਾਂ ਨੂੰ ਹੀ ਕੋਸਦਾ ਹੈ ਤੇ ਵਿੱਕੀ ਨੂੰ
ਇਹ ਦਰਸਾਉਂਦਾ ਹੈ ਕਿ ਉਹ ਪੜ੍ਹ ਲਿਖ ਕੇ ਕਾਇਰ ਬਣ ਗਿਆ ਹੈ, ਤੇ ਨਿੱਕੀ ਦੇ ਪ੍ਰਤੀ ਇਹ ਜ਼ਾਹਿਰ ਕਰਦਾ ਹੈ ਕਿ ਉਹ ਕੇਵਲ ਆਪਣੇ ਬਾਰੇ ਹੀ ਸੋਚ ਰਹੀ ਹੈ। ਹਾਂਜੀ ਸਟੂਡੈਂਟਸ, ਨਾਓ ਬੇਟਾ ਪੇਜ ਨੰਬਰ 75। ਸੋਚੋ, ਜੇ ਸਾਡੀ ਇਹ ਮੀਟਿੰਗ ਸਫਲ ਹੋ ਗਈ ਤਾਂ ਦੇਸ਼ ਦੇ ਕਿੰਨੇ ਬੱਚੇ ਇਸ ਬਸਤੇ ਦੀ ਗੁਲਾਮੀ ਤੋਂ ਛੁਟਕਾਰਾ ਪਾ ਕੇ ਸੁੱਖ ਦਾ ਸਾਹ ਲੈਣਗੇ। ਜ਼ਰਾ ਮੈਨੂੰ ਵੇਖੋ, ਮੈਨੂੰ ਤਾਂ ਪੜ੍ਹਨ ਦੀ ਕੋਈ ਪ੍ਰੋਬਲਮ ਵੀ ਨਹੀਂ। ਜੇਬ ਵਿੱਚ ਚਾਕਲੇਟ, ਸਿਰ 'ਤੇ ਮੇਰੇ ਯੈਂਕੀ ਹੈਟ, ਖੇਡਣ ਦੀ ਮੈਨੂੰ ਛੁੱਟੀ ਤੇ ਹੱਥ ਵਿੱਚ ਮੇਰੇ ਨਵਾਂ ਬੈਟ। ਪਰ ਛੱਡ ਕੇ ਸਾਰਾ ਕੁਝ ਮੈਂ ਤੁਹਾਡੀ ਸਮੱਸਿਆ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਜ਼ਰਾ ਮੇਰੀ ਕੁਰਬਾਨੀ ਦੇਖੋ। ਤੇ ਇਹ ਨਿੱਕੀ ਜੀ, ਇਹ ਆਪਣੀ ਸਮੱਸਿਆ ਲਈ ਹੀ ਕੁਝ ਕਰਨ ਲਈ ਤਿਆਰ ਨਹੀਂ, ਤੇ ਇਹ ਵਿੱਕੀ ਜੀ, ਇਹ ਡਰਦੇ ਨੇ। ਹੁਣ ਇਹਨਾਂ ਸਤਰਾਂ ਵਿੱਚ ਜੇਡੀ ਆਪਣੇ ਆਪ ਨੂੰ ਬਸਤੇ ਦੇ ਬੋਝ ਥੱਲੇ ਦੱਬੇ ਬੱਚਿਆਂ ਦਾ ਆਗੂ ਜ਼ਾਹਿਰ ਕਰਦੇ ਹੋਇਆ ਕਹਿੰਦਾ ਹੈ ਕਿ ਜੇਕਰ ਉਹਨਾਂ ਦੀ ਬਸਤਾਵਾਦੀ ਨੀਤੀ ਦੇ ਖਿਲਾਫ ਮੀਟਿੰਗ ਸਫਲ ਹੋ ਜਾਂਦੀ ਹੈ ਤਾਂ ਦੇਸ਼ ਦੇ ਸਾਰੇ ਬੱਚੇ ਸੁੱਖ ਦਾ ਸਾਹ ਲੈ ਸਕਣਗੇ। ਫਿਰ ਉਹ ਉਹਨਾਂ ਦੇ ਉੱਪਰ ਆਪਣਾ ਅਹਿਸਾਨ ਜਤਾਉਂਦਾ ਹੈ ਕਿ ਉਸ ਨੂੰ ਤਾਂ ਪੜ੍ਹਾਈ ਦੀ ਕੋਈ ਸਮੱਸਿਆ ਵੀ ਨਹੀਂ, ਫਿਰ ਵੀ ਉਹ ਉਹਨਾਂ ਦੀ ਮਦਦ ਕਰਨ ਲਈ ਤਿਆਰ ਹੈ। ਪਰ ਨਿੱਕੀ ਤੇ ਵਿੱਕੀ, ਜੋ ਕਿ ਬਸਤੇ ਦੇ ਬੋਝ ਹੇਠ ਦੱਬੇ ਹੋਏ ਹਨ, ਉਹ ਇਸ ਬਲੀਦਾਨ ਲਈ ਜਾਂ ਇਸ ਬਸਤੇ ਦੇ ਬੋਝ ਤੋਂ ਬੱਚਿਆਂ ਨੂੰ ਬਚਾਉਣ ਲਈ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਨਹੀਂ ਹਨ, ਬਲਕਿ ਡਰ ਰਹੇ ਹਨ ਤੇ ਕੇਵਲ ਆਪਣੇ ਬਾਰੇ ਹੀ ਸੋਚ ਰਹੇ ਹਨ। ਵਿੱਕੀ, ਨਹੀਂ, ਡਰਦਾ ਕੌਣ ਹੈ? ਜੇਡੀ, ਤਾਂ ਫਿਰ ਉੱਠੋ, ਆਪਾਂ ਰਲ ਕੇ ਆਪਣੇ ਮੰਮੀਆਂ, ਡੈਡੀਆਂ ਤੇ ਟੀਚਰਾਂ ਦੀ ਬਸਤਾਵਾਦੀ ਨੀਤੀ ਦੇ ਖਿਲਾਫ ਸੰਘਰਸ਼ ਦਾ ਐਲਾਨ ਕਰੀਏ ਤੇ ਅੱਗੇ ਵੱਧ ਕੇ ਆਪਣੇ ਗਲੋਂ ਇਹਨਾਂ ਭਾਰੇ ਬਸਤਿਆਂ ਦੀਆਂ ਤਣੀਆਂ ਦੇ ਫੰਦੇ ਲਾ ਸੁੱਟੀਏ। ਹਾਂਜੀ, ਜਦੋਂ ਵਿੱਕੀ ਇਹ ਜ਼ਾਹਿਰ ਕਰਦਾ ਹੈ ਕਿ ਉਹ ਡਰਪੋਕ ਨਹੀਂ ਹੈ ਤਾਂ ਫਿਰ ਜੇਡੀ ਉਸ ਨੂੰ ਉਤਸ਼ਾਹ ਦਿੰਦਾ ਹੈ, ਉਸ ਨੂੰ ਪ੍ਰੇਰਿਤ ਕਰਦਾ ਹੈ ਕਿ ਉਹ ਦੋਵੇਂ ਰਲ ਕੇ ਬੱਚਿਆਂ ਦੇ ਨਾਲ ਅੰਦੋਲਨ ਸ਼ੁਰੂ ਕਰਨ ਤੇ ਮੰਮੀ, ਡੈਡੀ, ਟੀਚਰਾਂ ਦੀ ਜੋ ਬਸਤਾਵਾਦੀ ਨੀਤੀ ਹੈ ਉਸ ਦੇ ਖਿਲਾਫ ਸੰਘਰਸ਼ ਸ਼ੁਰੂ ਕਰਨ, ਤਾਂ ਜੋ ਉਹ ਬਸਤੇ ਦੀਆਂ ਤਣੀਆਂ ਰੂਪੀ ਫੰਦੇ ਤੋਂ ਬਚ ਸਕਣ। ਫੌਜੀ ਬਿਗੁਲ ਵੱਜਦਾ ਹੈ। ਜੋਸ਼ ਵਿੱਚ ਭਰ ਕੇ ਨਿੱਕੀ ਤੇ ਵਿੱਕੀ ਉੱਠਦੇ ਹਨ ਤੇ ਜੇਡੀ ਦੇ ਹੱਥ ਤੇ ਆਪਣੇ ਹੱਥ ਰੱਖਦੇ ਹਨ। ਹੁਣ ਕਈ ਦਿਸ਼ਾਵਾਂ ਤੋਂ ਨਿੱਕੇ ਤੇ ਵੱਡੇ ਬੱਚੇ ਹੱਥਾਂ ਵਿੱਚ ਮਾਟੋ, ਜਿਨ੍ਹਾਂ ਤੇ ਬਸਤਾਵਾਦ, ਹਾਏ ਹਾਏ, ਖੇਡਣ ਦੇ ਲਈ ਟਾਈਮ ਦਿਓ ਵਰਗੇ ਨਾਅਰੇ ਲਿਖੇ ਹਨ, ਚੁੱਕੀ ਪਰੇਡ ਦੇ ਰੂਪ ਵਿੱਚ ਪ੍ਰਵੇਸ਼ ਕਰਦੇ ਹਨ। ਜੇਡੀ ਅਤੇ ਵਿੱਕੀ ਹੱਥ ਵਿੱਚ ਖਿਡੌਣਾ ਹਥਿਆਰ ਫੜੀ ਨਿੱਕੀ ਦੇ ਬਾਡੀਗਾਰਡ ਬਣੇ ਹਨ, ਜਦੋਂ ਕਿ ਨਿੱਕੀ ਸੈਲੂਟ ਦੀ ਮੁਦਰਾ ਵਿੱਚ ਖੜੀ ਹੈ। ਕੁੱਲ ਮਿਲਾ ਕੇ ਦ੍ਰਿਸ਼ ਇੱਕ ਵੱਡੀ ਜੰਗੀ ਕਾਨਫਰੰਸ ਵਰਗਾ ਹੈ। ਬੱਚੇ ਦਰਸ਼ਕਾਂ ਦੇ ਰੂਪ ਵਿੱਚ ਬੈਠਦੇ ਹਨ ਤੇ ਜੇਡੀ ਉਹਨਾਂ ਨੂੰ ਸੰਬੋਧਨ ਕਰਦਾ ਹੈ। ਹਾਂਜੀ, ਹੁਣ ਕੀ ਹੁੰਦਾ ਹੈ ਕਿ ਵਿੱਕੀ ਤੇ ਨਿੱਕੀ ਜੇਡੀ ਦੇ ਉਤਸ਼ਾਹਿਤ ਕਰਨ ਤੇ ਸੰਘਰਸ਼ ਕਰਨ ਲਈ ਤਿਆਰ ਹੋ ਜਾਂਦੇ ਹਨ। ਉਹ ਜੇਡੀ ਦੇ ਨਾਲ ਸਹਿਮਤੀ ਪ੍ਰਗਟ ਕਰਦੇ ਹਨ। ਇਸ ਤਰ੍ਹਾਂ ਜੇਡੀ ਦੀ ਪ੍ਰੇਰਨਾ ਦੇ ਨਾਲ ਮੁਹੱਲੇ ਦੇ ਸਾਰੇ ਬੱਚੇ ਇੱਕ ਜੰਗੀ ਕਾਨਫਰੰਸ ਸ਼ੁਰੂ ਕਰਦੇ ਹਨ, ਜਿੱਥੇ ਨਿੱਕੀ ਜੋ ਹੈ ਇਸ ਸਲੂਟ ਦੀ ਮੁਦਰਾ ਵਿੱਚ ਖੜੀ ਹੁੰਦੀ ਹੈ ਤੇ ਨਿੱਕੀ ਦੇ ਬਾਡੀਗਾਰਡ ਦੇ ਰੂਪ ਵਿੱਚ ਵਿੱਕੀ ਤੇ ਜੇਡੀ ਹੱਥਾਂ ਵਿੱਚ ਖਿਡੌਣਾ ਹਥਿਆਰ ਫੜ ਲੈਂਦੇ ਹਨ ਤੇ ਮੁਹੱਲੇ ਦੇ ਬਾਕੀ ਬੱਚੇ ਦਰਸ਼ਕਾਂ ਦੇ ਰੂਪ ਵਿੱਚ ਬੈਠ ਜਾਂਦੇ ਹਨ ਤੇ ਜੇਡੀ ਉਹਨਾਂ ਨੂੰ ਇੱਕ ਆਗੂ ਦੇ ਤੌਰ ਤੇ ਸੰਬੋਧਨ ਕਰਦਾ ਹੈ। ਜੇਡੀ ਪੂਰੇ ਜੋਸ਼ ਨਾਲ, ਕਹਿਣਾ ਤਾਂ ਨਹੀਂ ਚਾਹੀਦਾ, ਪਰ ਜੇ ਨਾ ਕਿਹਾ ਤਾਂ ਕਿਹਾ ਜਾਏਗਾ ਕਿ ਅਸੀਂ ਕਿਹਾ ਨਹੀਂ, ਕਿਉਂਕਿ ਕਹੋ ਨਾ ਕਹੋ, ਕਹਿਣ ਵਾਲੇ ਤਾਂ ਕਹਿੰਦੇ ਹੀ ਰਹਿੰਦੇ ਨੇ ਕਿ ਇਹ ਕਿਹਾ, ਉਹ ਨਹੀਂ ਕਿਹਾ, ਉਹ ਕਿਹਾ, ਇਹ ਨਹੀਂ ਕਿਹਾ, ਪਰ ਜਿਸ ਨੇ ਨਹੀਂ ਕਹਿਣਾ ਉਹ ਭਲਾ ਕਿਉਂ ਕਹੇਗਾ ਕਿ ਇਹ ਕੋਈ ਨਹੀਂ ਕਹਿੰਦਾ ਕਿ ਸਾਡੀ ਬੱਚਿਆਂ ਦੀ ਜ਼ਿੰਦਗੀ ਇਹਨਾਂ ਭਾਰੀ ਬਸਤਿਆਂ ਦੇ ਕਾਰਨ ਕਿੱਡੀ ਔਖੀ ਹੋ ਚੁੱਕੀ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਨੂੰ ਪੜ੍ਹਨਾ ਪੈਂਦਾ ਹੈ, ਨਾ ਸਾਨੂੰ ਖੇਡਣ ਲਈ ਟਾਈਮ ਦਿੱਤਾ ਜਾਂਦਾ ਹੈ ਤੇ ਨਾ ਹੀ ਮਨੋਰੰਜਨ ਕਰਨ ਲਈ। ਸਾਰੇ ਬੱਚੇ ਸ਼ੇਮ ਦਾ ਸ਼ੋਰ ਮਚਾਉਂਦੇ ਹਨ। ਹਾਂਜੀ ਸਟੂਡੈਂਟਸ, ਹੁਣ ਜਦੋਂ ਕਾਨਫਰੰਸ ਸ਼ੁਰੂ ਹੋ ਜਾਂਦੀ ਹੈ ਤਾਂ ਫਿਰ ਜੇਡੀ ਇੱਕ ਆਗੂ ਦੇ ਤੌਰ ਤੇ ਬੱਚਿਆਂ ਦੇ ਸਾਹਮਣੇ ਖੜਾ ਹੋ ਕੇ ਉਹਨਾਂ ਨੂੰ ਸੰਬੋਧਨ ਕਰਦਾ ਹੈ, ਜਿਸ ਵਿੱਚ ਉਹ ਹਾਸੋਹੀਣੇ ਲਹਿਜ਼ੇ ਵਿੱਚ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਦਾ ਹੈ
ਤੇ ਜ਼ਾਹਿਰ ਕਰਦਾ ਹੈ ਕਿ ਬੱਚਿਆਂ ਦੀ ਜ਼ਿੰਦਗੀ ਬਸਤਿਆਂ ਦੇ ਭਾਰੇ ਬੋਝ ਹੇਠ ਦੱਬ ਕੇ ਰਹਿ ਗਈ ਹੈ। ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੜ੍ਹਾਈ ਵਿੱਚ ਰੁੱਝੇ ਰਹਿੰਦੇ ਹਨ ਤੇ ਉਹਨਾਂ ਨੂੰ ਮਨੋਰੰਜਨ ਵਾਸਤੇ ਤੇ ਖੇਡਣ ਵਾਸਤੇ ਬਿਲਕੁਲ ਵੀ ਸਮਾਂ ਪ੍ਰਾਪਤ ਨਹੀਂ ਹੁੰਦਾ ਹੈ। ਤੇ ਇਸ ਤਰ੍ਹਾਂ ਦਰਸ਼ਕਾਂ ਦੇ ਰੂਪ ਵਿੱਚ ਬੈਠੇ ਹੋਏ ਸਾਰੇ ਬੱਚੇ ਸ਼ੇਮ ਦੇ ਸ਼ਬਦ ਬੋਲ ਕੇ ਉੱਚੀ ਸਾਰੀ ਸ਼ੋਰ ਮਚਾਉਂਦੇ ਹਨ ਤੇ ਜੇਡੀ ਦੇ ਵਿਚਾਰਾਂ ਵਿੱਚ ਸਹਿਮਤੀ ਪ੍ਰਗਟ ਕਰਦੇ ਹਨ। ਹਾਂਜੀ ਸਟੂਡੈਂਟਸ, ਇਸ ਵੀਡੀਓ ਵਿੱਚ ਅਸੀਂ ਹੁਣ 75 ਪੇਜ ਤੱਕ ਔਖੇ ਸ਼ਬਦ ਡਿਸਕਸ ਕੀਤੇ ਹਨ ਤੇ ਪਾਠ ਸਮੱਗਰੀ ਦੀ ਚਰਚਾ ਕੀਤੀ ਹੈ। ਮੈਨੂੰ ਆਸ ਹੈ ਕਿ ਤੁਸੀਂ ਇਹਨਾਂ ਸਾਰੇ ਸਫ਼ਿਆਂ ਨੂੰ ਆਪ ਖੁਦ ਰਿਵਾਈਜ਼ ਕਰੋਗੇ ਤੇ ਬਾਕੀ ਸਫ਼ਿਆਂ ਦੀ ਰੀਡਿੰਗ ਅਸੀਂ ਅਗਲੀ ਵੀਡੀਓ ਵਿੱਚ ਕਰਾਂਗੇ। ਤਦ ਤੱਕ ਧੰਨਵਾਦ।